ਕੀ ਪਰਮੇਸ਼ਰ ਦੇ ਉੱਤੇ ਭਰੋਸਾ ਰੱਖਿਆ ਜਾ ਸਕਦਾ ਹੈ? ਇਸ ਤੋਂ ਪਹਿਲਾਂ ਕਿ ਅਸੀਂ ਖੁਦਾ ਦੇ ਕਲਾਮ ਦੇ ਵਿੱਚ ਜਾਈਏ, ਮੈਂ ਚਾਹੁੰਦਾ ਕਿ ਆਪ ਸਭ ਲੋਕ ਆਪਣੀ ਅੱਖਾਂ ਨੂੰ ਬੰਦ ਕਰੀਏ ਔਰ ਅਸੀਂ ਦੁਆ ਦੇ ਵਿੱਚ ਜਾਵਾਂਗੇ। ਸਵਰਗੀ ਪਿਤਾ, ਤੁਹਾਡੇ ਕੋਲ ਆਉਂਦੇ, ਧੰਨਵਾਦ ਕਰਦੇ ਹਾਂ ਖੁਦਾਵੰਦ ਦੇ ਸਮੇਂ ਦੇ ਲਈ ਜੋ ਆਪਨੇ ਮੌਕਾ ਦਿੱਤਾ ਹੈ ਕਿ ਇੱਕ ਵਾਰ ਫਿਰ ਤੋਂ ਤੁਹਾਨੂੰ ਯਾਦ ਕਰ ਸਕੀਏ। ਜੋ ਵੀ ਅੱਜ ਤੁਹਾਡੇ ਕਲਾਮ ਦੇ ਵਿੱਚੋਂ ਅਸੀਂ ਸਿੱਖਣ ਜਾ ਰਹੇ ਹਾਂ ਖੁਦਾਵੰਦ, ਅਸੀਂ ਸਿੱਖਣ ਔਰ ਸੁਣਨ ਵਾਲੇ ਨਹੀਂ ਬਲਕਿ ਉੱਤੇ ਅਮਲ ਕਰਨ ਵਾਲੇ ਬਣੀਏ ਔਰ ਇਹੋ ਵਚਨ ਜੋ ਹੈ ਹੋਰ ਵੀ ਲੋਕਾਂ ਦੇ ਨਾਲ ਅਸੀਂ ਸਾਂਝਾ ਕਰ ਸਕੀਏ। ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਮੰਗਦੇ ਹਾਂ, ਆਮੀਨ। ਕਹਾਣੀ ਦੱਸੀ ਜਾਂਦੀ ਹੈ ਇੱਕ 45 ਸਾਲ ਦੀ ਔਰਤ ਦੀ, ਜਿਹਦੇ ਬਾਰੇ ਦੱਸਿਆ ਜਾਂਦਾ ਹੈ ਕਿ ਉਹਦੀ ਡੇਟਿੰਗ ਜੋ ਹੈ ਵੈਬਸਾਈਟ ਤੇ ਇੱਕ ਆਦਮੀ ਦੇ ਨਾਲ ਹੁੰਦੀ ਹੈ ਜਿਹੜਾ ਨੇਵੀ ਦੇ ਵਿੱਚ ਕੰਮ ਕਰਦਾ ਹੈ ਔਰ ਉਹਨਾਂ ਦਾ ਰਿਸ਼ਤਾ ਜਿਹੜਾ ਇੱਕ ਦੂਸਰੇ ਦੇ ਨਾਲ ਜਦ ਬਣਦਾ ਆ, ਇੱਕ ਦੂਸਰੇ ਦੇ ਬੜੇ ਉਹ ਕਰੀਬ ਆ ਜਾਂਦੇ ਨੇ ਔਰ ਇੱਕ ਦੂਸਰੇ ਦੀ ਉਹ ਮਦਦ ਕਰਦੇ ਨੇ, ਇੱਕ ਦੂਸਰੇ ਦੇ ਨਾਲ ਆਪਣੀ ਗੱਲਬਾਤ ਜੋ ਸਾਂਝੀ ਕਰਦੇ ਨੇ ਔਰ ਉਹ ਆਦਮੀ ਜਿਹੜਾ ਆ ਉਹ ਬਹੁਤ ਹੀ ਔਰਤ ਨੂੰ ਜੋ ਭਰੋਸਾ ਦਵਾ ਦਿੰਦਾ ਆ ਔਰ ਉਹ ਆਦਮੀ ਜਿਹੜਾ ਇੱਥੋਂ ਤੱਕ ਉਸ ਔਰਤ ਦੀ ਔਰ ਉਹਦੀ ਬੇਟੀ ਦੀ ਜਿਹੜੀ ਆ ਦੇਖਭਾਲ ਕਰਨ ਦੀ ਵੀ ਜੋ ਜ਼ਿੰਮੇਵਾਰੀ ਚੁੱਕਦਾ, ਉਹਨਾਂ ਦੀ ਇੰਸ਼ੋਰੈਂਸ ਤੱਕ ਕਰਾਉਣ ਦੀ ਜੋ ਹੈ ਉਹ ਜ਼ਿੰਮੇਵਾਰੀ ਚੁੱਕਦਾ ਹੈ। ਲੇਕਿਨ ਇੱਕ ਦਿਨ ਉਸ ਔਰਤ ਨੂੰ ਜਦੋਂ ਪਤਾ ਚੱਲਦਾ ਆ, ਉਹਦੇ ਬਾਰੇ ਜਦੋਂ ਉਹ ਸਰਚ ਕਰਦੀ ਆ, ਉਹਦੇ ਬਾਰੇ ਜਦੋਂ ਖੋਜ ਕਰਦੀ ਹੈ, ਜਦੋਂ ਉਹਨੂੰ ਪਤਾ ਚੱਲਦਾ ਆ ਤਾਂ ਦੇਖਦੀ ਆ ਕਿ ਇਹ ਆਦਮੀ ਜਿਹੜਾ ਮੇਰੇ ਨਾਲ ਕਈ ਸਮੇਂ ਤੋਂ ਮੇਰੇ ਨਾਲ ਜੁੜਿਆ ਹੋਇਆ ਔਰ ਮੇਰੇ ਨਾਲ ਰਿਸ਼ਤੇ ਦੇ ਵਿੱਚ ਹੈ, ਇਹ ਆਦਮੀ ਜਿਹੜਾ ਇੱਕ ਬਹੁਤ ਵੱਡਾ ਧੋਖੇਬਾਜ਼ ਹੈ ਔਰ ਇਹ ਮੇਰੇ ਨਾਲ ਹੀ ਨਹੀਂ ਬਲਕਿ ਇਹਨੇ ਮੇਰੇ ਤੋਂ ਪਹਿਲਾਂ ਹੋਰ ਵੀ ਕਈ ਜਾਣਿਆਂ ਦੇ ਨਾਲ ਇਹ ਧੋਖਾ ਜਿਹੜਾ ਆ ਉਹ ਕਰ ਚੁੱਕਿਆ ਆ ਔਰ ਉਹਨਾਂ ਦਾ ਰਿਸ਼ਤਾ ਜਿਹੜਾ ਆ ਉਹ ਅਲੱਗ ਹੋ ਜਾਂਦਾ ਹੈ। ਚਾਰਲਸ ਪੌਂਜੀ ਨਾਂ ਦਾ ਇੱਕ ਆਦਮੀ ਨਿਊਯਾਰਕ ਦੇ ਵਿੱਚ 1920 ਦੇ ਵਿੱਚ ਇੱਕ ਬਿਜ਼ਨਸ ਜਿਹੜਾ ਉਹ ਕਰਦਾ ਆ ਔਰ ਲੋਕਾਂ ਨੂੰ ਉਹਦੇ ਵਿੱਚ ਆਪਣਾ ਪੈਸਾ ਲਗਾਉਣ ਵਾਸਤੇ ਆਖਦਾ ਆ। ਜਦੋਂ ਲੋਕ ਆਪਣਾ ਪੈਸਾ ਲਿਆ ਕੇ ਉੱਥੇ ਲਗਾਉਂਦੇ ਨੇ, ਉਹ ਦੱਸਦਾ ਹੈ ਕਿ ਤੁਹਾਡਾ ਪੈਸਾ ਜਿਹੜਾ ਆ ਉਹ ਹੋਰ ਵਧਾਇਆ ਜਾਵੇਗਾ, ਤੁਹਾਡਾ ਪੈਸਾ ਜਿਹੜਾ ਮਲਟੀਪਲਾਈ ਕੀਤਾ ਜਾਏਗਾ, ਵਧਾਇਆ ਜਾਏਗਾ ਔਰ ਲੋਕ ਆਪਣੇ ਹਜ਼ਾਰਾਂ ਲੱਖਾਂ ਰੁਪਏ ਲਿਆ ਕੇ ਉੱਥੇ ਉਹਨਾਂ ਨੇ ਲਾ ਦਿੱਤੇ ਔਰ ਬਾਅਦ ਵਿੱਚ ਪਤਾ ਚੱਲਦਾ ਹੈ ਕਿ ਉਹ ਆਦਮੀ ਜਿਹੜਾ ਆ ਉਹ ਖੁਦ ਤਾਂ ਅਮੀਰ ਹੋ ਜਾਂਦਾ ਲੇਕਿਨ ਜਿਹੜੇ ਬਾਕੀ ਦੇ ਲੋਕ ਹੈ ਉਹਨਾਂ ਸਾਰਿਆਂ ਦਾ ਪੈਸਾ ਜਿਹੜਾ ਉਹ ਮਿੱਟੀ ਹੋ ਜਾਂਦਾ ਹੈ। ਅਗਰ ਪੰਜਾਬ ਦੇ ਵਿੱਚ ਅੱਜ ਦੇ ਸਮੇਂ ਦੇ ਵਿੱਚ ਤੁਸੀਂ ਦੇਖੋਗੇ ਤਾਂ ਤੁਹਾਨੂੰ ਪਤਾ ਚੱਲੇਗਾ ਕਿ ਪੰਜਾਬ ਦੇ ਵਿੱਚ ਵੀ ਬਹੁਤ ਸਾਰੇ ਐਸੇ ਲੋਕ ਨੇ ਜਿਹੜੇ ਲੋਕਾਂ ਨੂੰ ਕਹਿੰਦੇ ਨੇ ਕਿ ਤੁਹਾਡੇ ਪੈਸੇ ਨੂੰ ਅਸੀਂ ਡਬਲ ਕਰ ਦੇਵਾਂਗੇ, ਜਿਹੜੇ ਲੋਕਾਂ ਨੂੰ ਲਾਲਚ ਦਿੰਦੇ ਨੇ ਕਿ ਅਸੀਂ ਤੁਹਾਨੂੰ ਬਾਹਰ ਭੇਜਾਂਗੇ, ਅਸੀਂ ਤੁਹਾਡੇ ਨਾਲ ਤੁਹਾਡੇ ਬਿਜ਼ਨਸ ਨੂੰ ਇਸ ਤਰ੍ਹਾਂ ਅੱਗੇ ਵਧਾ ਸਕਦੇ ਹਾਂ ਔਰ ਉਹਨਾਂ ਦੇ ਪੈਸੇ ਲਗਵਾ ਲੈਂਦੇ ਨੇ। ਲੇਕਿਨ ਬਾਅਦ ਵਿੱਚ ਸਾਨੂੰ ਪਤਾ ਚੱਲਦਾ ਆ ਕਿ ਉਹ ਪੈਸਾ ਲੈ ਕੇ ਆਪ ਉਹ ਗੈਪ ਹੋ ਜਾਂਦੇ ਆ ਔਰ ਉਹ ਖੁਦ ਤਾਂ ਅਮੀਰ ਹੋ ਜਾਂਦੇ ਆ ਲੇਕਿਨ ਜਿਨ੍ਹਾਂ ਦੇ ਪੈਸੇ ਲੱਗੇ ਹੁੰਦੇ ਨੇ ਉਹਨਾਂ ਦਾ ਸਾਰਾ ਪੈਸਾ ਮਿੱਟੀ ਹੋ ਜਾਂਦਾ ਹੈ ਔਰ ਉਹ ਦੇਖਦੇ ਰਹਿ ਜਾਂਦੇ ਆ। ਤੇ ਮੇਰਾ ਸਵਾਲ ਆਉਂਦਾ ਆ ਕਿ ਕਿਹਦੇ ਉੱਤੇ ਭਰੋਸਾ ਕੀਤਾ ਜਾਵੇ, ਕਿਹਦੇ ਉੱਤੇ ਭਰੋਸਾ ਰੱਖਿਆ ਜਾਵੇ, ਕਿਹਦੇ ਉੱਤੇ? ਇਹ ਸਵਾਲ ਤੁਹਾਡੇ ਵੀ ਦਿਮਾਗ ਦੇ ਵਿੱਚ ਹੋਵੇਗਾ ਕਿ ਦੁਨੀਆ ਤੇ ਅਸੀਂ ਕਿਹਦੇ ਉੱਤੇ ਭਰੋਸਾ ਰੱਖੀਏ। ਇਨਸਾਨ ਜਿਹੜਾ ਆ ਅਗਰ ਉਹਦੇ ਉੱਤੇ ਭਰੋਸਾ ਰੱਖਦੇ ਆ ਤਾਂ ਕਿਸੇ ਵੀ ਵੇਲੇ ਜਿਹੜਾ ਸਾਨੂੰ ਧੋਖਾ ਦੇ ਸਕਦਾ ਹੈ ਔਰ ਕਿਸੇ ਵੀ ਵੇਲੇ ਉਹ ਸਾਡੇ ਨਾਲ ਫਰੇਬ ਕਰ ਸਕਦਾ ਹੈ। ਫਿਰ ਭਰੋਸਾ ਰੱਖੀਏ ਤੇ ਕਿਹਦੇ ਉੱਤੇ ਰੱਖੀਏ? ਕਿਸ ਇਨਸਾਨ ਦੇ ਉੱਤੇ ਅਸੀਂ ਭਰੋਸਾ ਕਰ ਸਕਦੇ ਹਾਂ? ਇਸ ਦੁਨੀਆ ਦੇ ਉੱਤੇ। ਲੇਕਿਨ ਮੈਂ ਤੁਹਾਨੂੰ ਦੱਸਦਾ ਕਿ ਜਦੋਂ ਇਹਨਾਂ ਚੀਜ਼ਾਂ ਵੱਲ ਅਸੀਂ ਧਿਆਨ ਦਿੰਦੇ ਆ ਤਾਂ ਸਾਡਾ ਧਿਆਨ ਖੁਦਾ ਦੇ ਵੱਲ ਜਾਂਦਾ ਆ। ਜਦੋਂ ਪਰਮੇਸ਼ਰ ਦੇ ਵੱਲ ਧਿਆਨ ਜਾਂਦਾ ਆ ਤਾਂ ਕਈ ਲੋਕ ਐਸੇ ਲੋਕ ਨੇ ਜਿਨ੍ਹਾਂ ਦਾ ਭਰੋਸਾ ਜਿਹੜਾ ਆ ਉਹ ਪਰਮੇਸ਼ਰ ਤੋਂ ਵੀ ਸ਼ਾਇਦ ਮੈਂ ਸਮਝਦਾ ਕਿ ਉੱਠ ਜਾਂਦਾ ਆ, ਕਿਉਂਕਿ ਜਦੋਂ ਵੀ ਉਹਨਾਂ ਦੇ ਪਰਿਵਾਰ ਦੇ ਵਿੱਚ ਕੋਈ ਟ੍ਰੈਜਡੀ, ਕੋਈ ਕਿਸੇ ਦੀ ਮੌਤ ਜਾਂ ਕੋਈ ਉਹਨਾਂ ਦਾ ਕੋਈ ਕੰਮ ਛੁੱਟ ਜਾਂਦਾ ਆ ਜਾਂ ਕੋਈ ਉਹਨਾਂ ਦੇ ਨਾਲ ਐਸਾ ਕੰਮ ਹੋ ਜਾਂਦਾ ਜੋ ਨਹੀਂ ਚਾਹੁੰਦੇ ਤਾਂ ਉਹ ਇਹ ਕਹਿੰਦੇ ਨੇ ਕਿ ਐ ਪਰਮੇਸ਼ਰ, ਅਸੀਂ ਤੇਰੀ ਇਬਾਦਤ ਕਰਨ ਵਾਲੇ ਲੋਕ ਆ, ਅਸੀਂ ਤੇਰੇ ਵਚਨ ਦੇ ਅਨੁਸਾਰ ਚੱਲਣ ਵਾਲੇ ਲੋਕ ਆ, ਇਹ ਮੌਤ ਸਾਡੇ ਘਰ ਦੇ ਵਿੱਚ ਕਿਉਂ ਆਈ, ਇਹ ਮੇਰਾ ਕੰਮ ਕਿਉਂ ਛੁੱਟ ਗਿਆ ਔਰ ਇਹ ਹਾਦਸਾ ਮੇਰੇ ਨਾਲ ਹੀ ਕਿਉਂ ਹੋਇਆ। ਮੇਰਾ ਕਹਿਣ ਦਾ ਮਤਲਬ ਕਿ ਅਸੀਂ ਪਰਮੇਸ਼ਰ ਦੇ ਉੱਤੇ ਉਹ ਸਾਰਾ ਕੁਝ ਜਿਹੜਾ ਦੋਸ਼ ਲਗਾਉਣਾ ਸ਼ੁਰੂ ਕਰ ਦਿੰਦੇ ਆ ਕਿ ਮੈਂ ਤੇਰਾ ਬੰਦਾ ਹੈ। ਲੇਕਿਨ ਮੈਂ ਤੁਹਾਨੂੰ ਇਹ ਦੱਸਦਾ ਕਿ ਖੁਦਾ ਦੇ ਕਲਾਮ ਦੇ ਵਿੱਚ ਲਿਖਿਆ ਆ, ਪਰਮੇਸ਼ਰ ਕਹਿੰਦਾ ਹੈ ਕਿ ਵਚਨ ਦੇ ਅਨੁਸਾਰ ਕਿ ਮੈਂ ਤੁਹਾਨੂੰ ਕਦੀ ਨਹੀਂ ਛੱਡਾਂਗਾ ਤੇ ਕਦੀ ਵੀ ਤੁਹਾਨੂੰ ਤਿਆਗਾਂਗਾ ਨਹੀਂ। ਤੁਹਾਡੀ ਮਿਹਨਤ ਪਰਮੇਸ਼ਰ ਦੇ ਵਿੱਚ ਜੋ ਹੈ ਉਹ ਕਦੀ ਵਿਅਰਥ ਨਹੀਂ ਜਾਏਗੀ, ਉਹ ਫਲ ਲੈ ਕੇ ਆਏਗੀ। ਤਾਂ ਮੈਂ ਇਹ ਤੁਹਾਡੇ ਅੱਗੇ ਇੱਕ ਫੇਰ ਸਵਾਲ ਤੁਹਾਨੂੰ ਕਰਨਾ ਚਾਹੁੰਦਾ ਕਿ ਅਗਰ ਅੱਜ ਦੇ ਸਮੇਂ ਦੇ ਵਿੱਚ ਅਸੀਂ ਦੇਖੀਏ ਤੇ ਕਿਹਦੇ ਉੱਤੇ ਭਰੋਸਾ ਰੱਖ ਸਕਦੇ ਹਾਂ, ਕਿਸ ਦੇ ਉੱਤੇ? ਔਰ ਬਾਈਬਲ ਦੇ ਅਨੁਸਾਰ ਅਸੀਂ ਕੁਝ ਗੱਲਾਂ ਵੱਲ ਅਸੀਂ ਧਿਆਨ ਦੇਵਾਂਗੇ ਔਰ ਫਿਰ ਮੈਂ ਤੁਹਾਨੂੰ ਆਖਰ ਦੇ ਵਿੱਚ ਇਹੋ ਗੱਲ ਜਿਹੜਾ ਮੈਂ ਤੁਹਾਨੂੰ ਉਹਦਾ ਜਵਾਬ ਜਿਹੜਾ ਆਖਰ ਦੇ ਵਿੱਚ ਮਿਲੇਗਾ ਕਿ ਅੱਜ ਦੇ ਸਮੇਂ ਦੇ ਵਿੱਚ ਇਸ ਦੌਰ ਦੇ ਵਿੱਚ ਅਸੀਂ ਕਿਹਦੇ ਉੱਤੇ ਭਰੋਸਾ ਰੱਖ ਸਕਦੇ ਹਾਂ। ਬਾਈਬਲ ਦੇ ਵਿੱਚ
ਜਦੋਂ ਅਸੀਂ ਖੁਦਾ ਦੇ ਕਲਾਮ ਨੂੰ ਪੜ੍ਹਦੇ ਹਾਂ, ਆਈਏ ਜਿਨ੍ਹਾਂ ਦੇ ਕੋਲ ਖੁਦਾ ਦਾ ਕਲਾਮ ਹੈ ਉਹ ਮੇਰੇ ਨਾਲ ਖੋਲਣ ਯਸ਼ਾਇਆ ਦੀ ਕਿਤਾਬ, ਉਹਦਾ 46 ਬਾਬ ਔਰ ਉਹਦੀ 9-10 ਆਇਤ ਵੱਲ ਅਸੀਂ ਧਿਆਨ ਦੇਵਾਂਗੇ, ਜਿਹਦੇ ਵਿੱਚ ਲਿਖਿਆ ਹੈ, ਬਹੁਤ ਸਮਾਂ ਪਹਿਲਾਂ ਕੀ ਹੋਇਆ ਸੀ ਉਹ ਯਾਦ ਕਰੋ ਅਤੇ ਇਹ ਸਵੀਕਾਰ ਕਰੋ ਕਿ ਮੈਂ ਇੱਕ ਮਾਤਰ ਪਰਮੇਸ਼ਰ ਹਾਂ ਅਤੇ ਮੇਰੇ ਵਰਗਾ ਦੂਜਾ ਕੋਈ ਨਹੀਂ। 10ਵੀਂ ਆਇਤ ਨੂੰ ਬੜੇ ਧਿਆਨ ਦੇ ਨਾਲ ਸੁਣਿਓ। ਆਰੰਭ ਤੋਂ ਮੈਂ ਸਭ ਕੁਝ ਪਹਿਲਾਂ ਹੀ ਦੱਸ ਦਿੱਤਾ ਹੈ, ਬਹੁਤ ਸਮਾਂ ਪਹਿਲਾਂ ਮੈਂ ਦੱਸ ਦਿੱਤਾ ਸੀ ਕਿ ਕੀ ਵਾਪਰੇਗਾ। ਖੁਦਾ ਦੇ ਕਲਾਮ 'ਚ ਲਿਖਿਆ ਕਿ ਮੈਂ ਬਹੁਤ ਸਮੇਂ ਪਹਿਲਾਂ ਦੱਸਤਾ ਕਿ ਕੀ ਵਾਪਰੇਗਾ ਔਰ ਕੀ ਜੋ ਹੈ ਉਹ ਹੋਣ ਵਾਲਾ ਹੈ। ਮੈਂ ਕਹਾ ਸੀ ਕਿ ਮੇਰੀ ਯੋਜਨਾ ਕਦੀ ਅਸਫਲ ਜਿਹੜੀ ਉਹ ਨਹੀਂ ਰਹੇਗੀ। ਖੁਦਾ ਦੇ ਕਲਾਮ 'ਚ ਲਿਖਿਆ ਕਹਿੰਦਾ ਕਿ ਮੈਂ ਕਿਹਾ ਸੀ ਕਿ ਮੇਰੀ ਯੋਜਨਾ ਜਿਹੜੀ ਆ ਉਹ ਕਦੀ ਅਸਫਲ ਨਹੀਂ ਹੋਏਗੀ। ਜੋ ਪਰਮੇਸ਼ਰ ਨੇ ਤੁਹਾਡੇ ਨਾਲ, ਜੋ ਪਰਮੇਸ਼ਰ ਨੇ ਇਸ ਵਚਨ ਦੇ ਦੌਰਾਨ ਸਾਡੇ ਨਾਲ ਵਾਚਾਵਾਂ ਬੰਦੀਆਂ ਨੇ, ਉਹ ਕਦੀ ਨਹੀਂ ਹੋ ਸਕਦਾ ਕਿ ਉਹ ਪੂਰੀਆਂ ਨਾ ਹੋਣ। ਉਹ ਇੱਕ ਦਿਨ ਜ਼ਰੂਰ ਪੂਰੀਆਂ ਹੋਣਗੀਆਂ ਤੁਹਾਡੇ ਔਰ ਮੇਰੇ ਜੀਵਨ ਦੇ ਵਿੱਚ। ਲਿਖਿਆ ਹੈ, ਅਤੇ ਜੋ ਮੈਂ ਕਰਨ ਦਾ ਫੈਸਲਾ ਕੀਤਾ ਹੈ ਕਰਾਂਗਾ। ਔਰ ਜੋ ਮੈਂ ਫੈਸਲਾ ਕੀਤਾ ਹੈ, ਖੁਦਾ ਦੇ ਕਲਾਮ ਦੇ ਵਿੱਚ ਲਿਖਿਆ, ਪਰਮੇਸ਼ਰ ਦਾ ਦਾਸ ਲਿਖਦਾ ਹੈ, ਖੁਦਾਵੰਦ ਕਹਿੰਦਾ ਹੈ ਕਿ ਜੋ ਮੈਂ ਤੁਹਾਡੇ ਨਾਲ ਫੈਸਲਾ ਕੀਤਾ ਆ ਉਹ ਮੈਂ ਜ਼ਰੂਰ ਕਰਾਂਗਾ। ਪ੍ਰਭੂ ਯਿਸੂ ਮਸੀਹ ਦੇ ਕਲਾਮ ਦੇ ਵਿੱਚ, ਖੁਦਾਵੰਦ ਦੇ ਕਲਾਮ ਦੇ ਵਿੱਚ ਇੱਕ ਰੀਜ਼ਨ ਤੁਹਾਨੂੰ ਮੈਂ ਦੱਸਣ ਲੱਗਾ ਹਾਂ, ਜਿੱਥੋਂ ਤੁਹਾਨੂੰ ਔਰ ਸਾਨੂੰ ਔਰ ਮੈਨੂੰ ਇਹ ਵਿਸ਼ਵਾਸ ਹੋਣਾ ਚਾਹੀਦਾ ਹੈ ਕਿ ਮੈਂ ਪਰਮੇਸ਼ਰ ਤੇ ਭਰੋਸਾ ਰੱਖ ਸਕਦਾ, ਕੌਨਫੀਡੈਂਸ ਹੋਣਾ ਚਾਹੀਦਾ ਹੈ। ਔਰ ਉਹ ਰੀਜ਼ਨ, ਉਹ ਕਾਰਨ ਇਹ ਆ ਕਿ ਪਰਮੇਸ਼ਰ ਜਿਹੜਾ ਆ ਉਹ ਆਉਣ ਵਾਲੇ ਸਮੇਂ ਦੀਆਂ ਗੱਲਾਂ ਜਿਹੜੀਆਂ ਆ ਉਹਨੇ ਕਈ ਸਾਲ ਪਹਿਲਾਂ ਹੀ ਆਪਣੇ ਨਬੀਆਂ ਦੇ ਉੱਤੇ ਜ਼ਾਹਿਰ ਕੀਤੀਆਂ, ਔਰ ਉਹ ਕਈ ਸਾਲ ਪਹਿਲਾਂ ਹੀ ਗੱਲਾਂ ਜਿਹੜੀਆਂ ਨੇ ਪਰਮੇਸ਼ਰ ਨੇ ਸਾਨੂੰ ਇਸ ਵਚਨ ਦੇ ਰਾਹੀਂ ਦੱਸ ਦਿੱਤੀਆਂ ਨੇ ਔਰ ਦੱਸਿਆ ਹੈ ਕਿ ਉਹ ਕੀ ਜੋ ਆਉਣ ਵਾਲੇ ਸਮੇਂ ਦੇ ਵਿੱਚ ਕਰੇਗਾ। ਸਾਡਾ ਫਿਊਚਰ ਜਿਹੜਾ ਆ, ਸਾਡੇ ਫਿਊਚਰ ਦੇ ਬਾਰੇ ਜਿਹੜਾ ਉਹਨੇ ਪਹਿਲਾਂ ਹੀ ਸਾਨੂੰ ਜੋ ਹੈ ਦੱਸ ਦਿੱਤਾ ਇਸ ਵਚਨ ਦੇ ਦੌਰਾਨ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਵੇਗਾ ਔਰ ਕੀ ਆਖਰੀ ਸਮੇਂ ਤੇ ਹੋਏਗਾ ਔਰ ਕਿਸ ਤਰੀਕੇ ਦੇ ਨਾਲ ਪ੍ਰਭੂ ਯਿਸੂ ਮਸੀਹ ਜੋ ਹੈ ਆਉਣਗੇ। ਪ੍ਰਭੂ ਯਿਸੂ ਮਸੀਹ ਦੀ ਜਦ ਅਸੀਂ ਗੱਲ ਕਰਦੇ ਇਸ ਤੋਂ ਪਹਿਲਾਂ ਕਿ ਪ੍ਰਭੂ ਯਿਸੂ ਮਸੀਹ ਇਸ ਦੁਨੀਆ ਤੇ ਆਉਂਦੇ, ਬਾਈਬਲ ਦੇ ਅਨੁਸਾਰ ਕਈ ਸਾਲ ਪਹਿਲਾਂ ਖੁਦਾ ਦੇ ਨਬੀਆਂ ਨੇ ਪਹਿਲਾਂ ਹੀ ਭਵਿੱਖਬਾਣੀ ਜੋ ਹੈ ਬਾਈਬਲ ਦੇ ਵਿੱਚ ਅਸੀਂ ਉਹਦਾ ਜ਼ਿਕਰ ਪੜ੍ਹਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਪਹਿਲਾਂ ਹੀ ਖੁਦਾ ਦੇ ਕਲਾਮ ਦੇ ਵਿੱਚ ਜ਼ਿਕਰ ਕੀਤਾ ਹੈ। ਮੀਕਾ ਦੀ ਕਿਤਾਬ ਜਦੋਂ ਅਸੀਂ ਪੜ੍ਹਦੇ ਹਾਂ, ਉਹਦਾ 5:2 ਆਇਤ ਦੇ ਵਿੱਚ ਪੜ੍ਹਦੇ, ਉਹਦੇ ਵਿੱਚ ਲਿਖਿਆ ਹੈ ਕਿ ਪ੍ਰਭੂ ਯਿਸੂ ਮਸੀਹ ਦਾ ਜਨਮ ਜੋ ਹੈ ਉਹ ਬੈਤਲਹਮ ਦੇ ਵਿੱਚ ਹੋਏਗਾ। ਯਸ਼ਾਇਆ ਦੀ ਕਿਤਾਬ ਜਦੋਂ ਅਸੀਂ ਪੜ੍ਹਦੇ ਹਾਂ 7 ਬਾਬ ਉਹਦੀ 14 ਆਇਤ, ਉਹਦੇ ਵਿੱਚ ਲਿਖਿਆ ਹੈ ਕਿ ਉਹ ਕੁਵਾਰੀ ਤੋਂ ਜਨਮੇਗਾ ਔਰ ਉਸੇ ਤਰ੍ਹਾਂ ਹੋਇਆ। ਹੋਸ਼ੀਆ ਦੀ ਕਿਤਾਬ 11 ਬਾਬ ਦੀ 1 ਆਇਤ ਅਸੀਂ ਜਦੋਂ ਪੜ੍ਹਦੇ ਤਾਂ ਉਹਦੇ ਵਿੱਚ ਲਿਖਿਆ ਹੈ ਕਿ ਉਹ ਮਿਸਰ ਦੇਸ਼ ਦੇ ਵਿੱਚ ਜਾਏਗਾ ਔਰ ਮੱਤੀ 2 ਅਧਿਆਏ ਦੇ ਵਿੱਚ ਅਸੀਂ ਉਸੇ ਤਰ੍ਹਾਂ ਹੀ ਉਹਦਾ ਜ਼ਿਕਰ ਪਾਉਂਦੇ ਆ। ਜ਼ਕਰੀਆ ਦੀ ਕਿਤਾਬ 11 ਬਾਬ ਉਹਦੀ 12-13 ਨੂੰ ਜਦੋਂ ਅਸੀਂ ਪੜ੍ਹਦੇ ਤਾਂ ਉਹਦੇ ਵਿੱਚ ਲਿਖਿਆ ਹੈ ਉਹ 30 ਸਿੱਕਿਆਂ ਦੇ ਵਿੱਚ ਵੇਚਿਆ ਜਾਏਗਾ। ਔਰ ਖੁਦਾ ਦੇ ਕਲਾਮ ਦੇ ਵਿੱਚ ਉਸੇ ਤਰ੍ਹਾਂ ਲਿਖਿਆ, ਜਦੋਂ ਅਸੀਂ ਜ਼ਬੂਰਾਂ ਦੀ ਕਿਤਾਬ ਪੜ੍ਹਦੇ ਹਾਂ, ਦਾਊਦ ਲਿਖਦਾ 21 ਅਧਿਆਏ ਉਹਦੀ 1 ਆਇਤ ਦੇ ਵਿੱਚ, ਉਹਦੇ ਵਿੱਚ ਲਿਖਿਆ, ਹੇ ਮੇਰੇ ਪਰਮੇਸ਼ਰ ਤੂੰ ਮੈਨੂੰ ਕਿਉਂ ਛੱਡ ਦਿੱਤਾ। ਔਰ ਜਦ ਅਸੀਂ ਅੱਗੇ ਪ੍ਰਭੂ ਯਿਸੂ ਮਸੀਹ ਦੇ ਬਾਰੇ ਅਸੀਂ ਪੜ੍ਹਦੇ ਹਾਂ, ਮੱਤੀ ਦੀ ਅੰਜੀਲ ਉਹਦਾ 27 ਅਧਿਆਏ ਦੇ ਵਿੱਚ ਪੜ੍ਹਦੇ ਹਾਂ ਤਾਂ ਉਹਦੇ ਵਿੱਚ ਪ੍ਰਭੂ ਯਿਸੂ ਮਸੀਹ ਦੇ ਸੇਮ ਸ਼ਬਦ ਸਨ ਵੀ ਕਿ ਹੇ ਮੇਰੇ ਪਰਮੇਸ਼ਰ ਤੂੰ ਮੈਨੂੰ ਕਿਉਂ ਛੱਡ ਦਿੱਤਾ। ਜਿੱਥੋਂ ਸਾਨੂੰ ਪਤਾ ਚੱਲਦਾ ਹੈ ਕਿ ਇਸ ਤੋਂ ਪਹਿਲਾਂ ਕਿ ਪ੍ਰਭੂ ਯਿਸੂ ਮਸੀਹ ਇਸ ਦੁਨੀਆ ਤੇ ਆਉਂਦੇ ਤਾਂ ਉਹਨੇ ਪਹਿਲਾਂ ਹੀ ਇਹ ਚੀਜ਼ਾਂ ਜਿਹੜੀਆਂ ਨੇ ਦੱਸ ਦਿੱਤੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਪ੍ਰਭੂ ਯਿਸੂ ਮਸੀਹ ਦਾ ਜਨਮ ਹੋਵੇਗਾ ਔਰ ਕਿਸ ਤਰੀਕੇ ਦਾ ਉਹਦੇ ਨਾਲ ਵਿਵਹਾਰ ਕੀਤਾ ਜਾਏਗਾ, ਉਹਨੂੰ ਮਾਰਿਆ ਜਾਏਗਾ, ਉਹਨੂੰ ਸਲੀਬ ਤੇ ਚੜਾਇਆ ਜਾਏਗਾ ਔਰ ਉਹ ਕਬਰ ਦੇ ਵਿੱਚ ਜਾਏਗਾ ਔਰ ਤੀਸਰੇ ਦਿਨ ਜੋ ਹੈ ਉਹ ਜੀਵਿਤ ਹੋਵੇਗਾ। ਇਹ ਜ਼ਿਕਰ ਜਿਹੜੀਆਂ ਗੱਲਾਂ ਹੈ ਜੋ ਪ੍ਰਭੂ ਯਿਸੂ ਮਸੀਹ ਦੇ ਬਾਰੇ ਲਿਖੀਆਂ ਨੇ, ਇਹ ਪਹਿਲਾਂ ਹੀ ਬਾਈਬਲ ਦੇ ਵਿੱਚ ਪੁਰਾਣੇ ਨੇਮ ਦੇ ਵਿੱਚ ਅਸੀਂ ਇਹਨਾਂ ਦਾ ਜ਼ਿਕਰ ਪੜ੍ਹਦੇ ਹਾਂ, ਜਿੱਥੋਂ ਸਾਨੂੰ ਪਤਾ ਚੱਲਦਾ ਹੈ ਔਰ ਸਾਨੂੰ ਪੂਰਾ ਆਪਣੇ ਕੌਨਫੀਡੈਂਸ ਦੇ ਨਾਲ ਖੁਦਾ ਦੇ ਉੱਤੇ ਇਹ ਕਹਿਣਾ ਚਾਹੀਦਾ ਹੈ ਕਿ ਮੈਂ ਜੋ ਆ ਪਰਮੇਸ਼ਰ ਦੇ ਉੱਤੇ ਭਰੋਸਾ ਕਰ ਸਕਦਾ ਹਾਂ, ਦੁਨੀਆ ਤੇ ਹੋਰ ਕਿਸੇ ਤੇ ਨਹੀਂ, ਸਿਰਫ ਔਰ ਸਿਰਫ ਪਰਮੇਸ਼ਰ ਦੇ ਉੱਤੇ ਮੈਂ ਭਰੋਸਾ ਕਰ ਸਕਦਾ। ਔਰ ਉਹ ਉਦੋਂ ਹੀ ਹੋਏਗਾ ਜਦੋਂ ਅਸੀਂ ਆਪਣੀ ਸਮਝ ਦੇ ਨਾਲ ਨਹੀਂ ਚੱਲਾਂਗੇ। ਸੁਲੇਮਾਨ ਦੀ ਲਿਖਤ ਉਹਦਾ ਕਹਾਵਤਾਂ ਦੀ ਕਿਤਾਬ ਉਹਦੀ 3 ਅਧਿਆਏ ਉਹਦੀ ਜਦੋਂ ਅਸੀਂ 5-6 ਆਇਤਾਂ ਪੜ੍ਹਦੇ ਹਾਂ, ਜਦੋਂ ਆਪਣੀ ਸਮਝ ਦੇ ਅਨੁਸਾਰ ਨਹੀਂ ਬਲਕਿ ਪਰਮੇਸ਼ਰ ਦੀ ਸਮਝ ਦੇ ਅਨੁਸਾਰ ਚੱਲਾਂਗੇ ਤਾਂ ਸਾਨੂੰ ਕੌਨਫੀਡੈਂਸ ਸਾਡੇ ਅੰਦਰ ਆਏਗਾ ਕਿ ਵਾਕਈ ਮੈਂ ਪਰਮੇਸ਼ਰ ਦੇ ਉੱਤੇ ਭਰੋਸਾ ਕਰ ਸਕਦਾ, ਕਿਉਂਕਿ ਉਹ ਆਖਰੀ ਸਮਾਂ ਜਿਹੜਾ ਆ ਉਹਨੇ ਸ਼ੁਰੂ ਤੋਂ ਹੀ ਔਰ ਪਹਿਲਾਂ ਹੀ ਸਾਨੂੰ ਜਿਹੜਾ ਆ ਉਹ ਦੱਸ ਦਿੱਤਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੁਝ ਹੋਣ ਵਾਲਾ ਹੈ। ਮੈਂ ਤੁਹਾਡਾ ਧਿਆਨ ਜਿਹੜਾ ਆ ਉਹ ਬਾਈਬਲ ਦੇ ਕਿਤਾਬ ਦਾਨੀਏਲ ਦੀ ਕਿਤਾਬ ਦੇ ਵੱਲ ਤੁਹਾਡਾ ਧਿਆਨ ਜਿਹੜਾ ਥੋੜਾ ਲਿਆਉਣਾ ਚਾਹੁੰਦਾ ਔਰ ਮੈਂ ਚਾਹੁੰਦਾ ਕਿ ਜਿਨ੍ਹਾਂ ਦੇ ਕੋਲ ਬਾਈਬਲ ਹੈ ਮੇਰੇ ਨਾਲ ਕਿਰਪਾ ਕਰਕੇ ਉਹ ਖੋਲਣ ਦਾਨੀਏਲ ਦੀ ਕਿਤਾਬ ਉਹਦਾ 2 ਅਧਿਆਏ, ਜਿਹਨੂੰ ਆਪ ਬੜੇ ਚੰਗੇ ਤਰੀਕੇ ਦੇ ਨਾਲ ਪਹਿਲਾਂ ਵੀ ਜਾਣਦੇ ਹੋਗੇ, ਜਿਹਦੇ ਬਾਰੇ
आपने कई बार पढ़िया होएगा, लेकिन मैं तुहानूं ਇਹ ਦੱਸਦਾ कि किस तरीके ਦੇ ਨਾਲ ਅਸੀਂ ਪਰਮੇਸ਼ਰ ਦੇ ਉੱਤੇ ਭਰੋਸਾ ਕਰ ਸਕਦੇ ਹਾਂ। जो आज का टाइटल मैं दसिया है कि की असी परमेश्वर ते भरोसा कर सकते हैं, ਉਹਦੇ अनुसार जो है सानू पता चलेगा कि किस तरीके दे नाल असी परमेश्वर ते भरोसा कर सकते। क्योंकि इस अध्याय दे विच दानियल नबी, परमेश्वर दा नबी और नबूकदनज़र राजा जिहड़ा है, ਉਹਨਾਂ ਦੇ ਜ਼ਰੀਏ जो है खुदा ने एक सपना, एक दर्शन सपना दिखाਉਂਦਾ है, ਜਿਹਦੇ ਵਿੱਚ ਪਰਮੇਸ਼ਰ ਦਾ ਦਾਸ ਜਿਹੜਾ ਸਭ ਕੁਝ ਉਹਦਾ ਸਪਨਾ ਔਰ ਉਹਦਾ ਮਤਲਬ ਵੀ ਦੱਸਦਾ ਆ। ਔਰ ਜਿੱਤੋਂ ਸਾਨੂੰ ਪਤਾ ਚੱਲਦਾ ਹੈ ਕਿ ਉਹਨੇ ਨਬੂਕਦਨਜ਼ਰ ਤੋਂ ਲੈ ਕੇ ਪ੍ਰਭੂ ਯਿਸੂ ਮਸੀਹ ਦੀ ਦੂਸਰੀ ਆਮਦ ਤੱਕ ਜੋ ਹੈ ਸਭ ਕੁਝ ਉਸ ਸੁਪਨੇ ਦੇ ਵਿੱਚ ਬਿਆਨ ਕਰ ਦਿੱਤਾ ਹੈ ਔਰ ਸਭ ਕੁਝ ਦਿਖਾ ਦਿੱਤਾ ਹੈ ਕਿ ਆਉਣ ਵਾਲਾ ਸਮਾਂ ਜਿਹੜਾ ਕਿਹੋ ਜਿਹਾ ਹੋਵੇਗਾ। ਇੱਥੋਂ ਤੱਕ ਕਿ ਇਹ ਜਿਹੜਾ ਆਖਰ ਦੇ ਵਿੱਚ ਸਮਾਂ ਚੱਲ ਰਿਹਾ ਹੈ, ਇਹ ਵੀ ਸਾਨੂੰ ਖੁਦਾ ਦਾ ਕਲਾਮ ਦੱਸਦਾ ਹੈ ਕਿ ਉਹ ਸਮਾਂ ਕਿਹੋ ਜਿਹਾ ਹੋਏਗਾ। ਦਾਨੀਏਲ ਦੀ ਕਿਤਾਬ ਦੇ ਵਿੱਚ, ਜਿਨ੍ਹਾਂ ਦੇ ਕੋਲ ਬਾਈਬਲ ਹੈ, ਮੇਰੇ ਨਾਲ 2 ਅਧਿਆਇ ਖੋਲ੍ਹ ਲੈਣ, ਉਹਦੀ ਪਹਿਲੀ ਆਇਤ ਤੋਂ ਪੜਾਂਗੇ। ਉਹਦੇ ਵਿੱਚ ਲਿਖਿਆ ਹੈ, ਰਾਜਾ ਨਬੂਕਦਨਜ਼ਰ ਦੇ ਰਾਜ ਕਾਲ ਦੇ ਦੂਜੇ ਸਾਲ ਵਿੱਚ ਉਸ ਨੂੰ ਇੱਕ ਸੁਪਨਾ ਆਇਆ, ਜਿਸ ਦੇ ਕਾਰਨ ਉਹਦਾ ਸੌਣਾ ਵੀ ਕਠਿਨ ਹੋ ਗਿਆ। ਸੋ ਉਸਨੇ ਆਪਣੇ ਰਾਜ ਦੇ ਸਭ ਜੋਸ਼ੀਆਂ ਨੂੰ, ਜਾਦੂ ਕਰਨ ਵਾਲਿਆਂ ਅਤੇ ਸਿਆਣਿਆਂ ਨੂੰ ਸੱਦਿਆ ਕਿ ਉਸ ਦੇ ਸੁਪਨੇ ਦਾ ਅਰਥ ਦੱਸਣ। ਉਹ ਸਭ ਆ ਕੇ ਰਾਜਾ ਦੇ ਸਾਹਮਣੇ ਖੜੇ ਹੋ ਗਏ। ਰਾਜਾ ਨੇ ਉਹਨਾਂ ਨੂੰ ਆਖਿਆ, ਮੈਂ ਇੱਕ ਸੁਪਨਾ ਦੇਖਿਆ ਜਿਸ ਦੇ ਕਾਰਨ ਮੈਂ ਅਤੀ ਦੁਖੀ ਹਾਂ, ਮੈਂ ਉਸ ਦਾ ਅਰਥ ਜਾਣਨਾ ਚਾਹੁੰਦਾ। ਖੁਦਾ ਦੇ ਕਲਾਮ ਦੇ ਵਿੱਚ ਲਿਖਿਆ, ਇੱਕ ਰਾਜਾ ਹੈ ਨਬੂਕਦਨਜ਼ਰ, ਜਿਹੜਾ ਇੱਕ ਸੁਪਨਾ ਦੇਖਦਾ ਹੈ ਔਰ ਸੁਪਨੇ ਦੇ ਕਾਰਨ ਉਹ ਬਹੁਤ ਡਿਸਟਰਬ ਹੋ ਜਾਂਦਾ ਹੈ ਔਰ ਉਹ ਆਪਣੀ ਨੀਂਦ ਵੀ ਜਿਹੜੀ ਉਹ ਸੌ ਨਹੀਂ ਪਾਉਂਦਾ ਔਰ ਉਹ ਆਪਣੇ ਜਿੰਨੇ ਵੀ ਉਸ ਵੇਲੇ ਦੇ ਜੋ ਉਹਨੇ ਸਿਆਣੇ, ਜੋ ਜਾਦੂ ਟੂਣੇ ਕਰਨ ਵਾਲੇ, ਖੁਦਾ ਇੱਥੇ ਖੁਦਾ ਦੇ ਵਚਨ ਦੇ ਵਿੱਚ ਲਿਖਿਆ, ਜੋ ਜੋਤਸ਼ੀ ਉਹਨੇ ਰੱਖੇ ਸੀ, ਉਹਨਾਂ ਸਾਰਿਆਂ ਨੂੰ ਜੋ ਹੈ ਉਸ ਜਗ੍ਹਾ ਤੇ ਕੀ ਕਰਦਾ ਹੈ, ਉਹ ਬੁਲਾਉਂਦਾ ਹੈ ਔਰ ਉਹ ਕਹਿੰਦਾ ਹੈ ਕਿ ਮੈਨੂੰ ਸੁਪਨਾ ਦੱਸੋ ਔਰ ਸੁਪਨੇ ਦਾ ਅਰਥ ਵੀ ਦੱਸੋ। ਲੇਕਿਨ ਖੁਦਾ ਦੇ ਕਲਾਮ ਦੇ ਵਿੱਚ ਲਿਖਿਆ ਹੈ, ਜਿਹੜੇ ਉਸ ਜਗ੍ਹਾ ਤੇ ਰਹਿਣ ਵਾਲੇ ਲੋਕ, ਜਿਹੜੇ ਉਹ ਜੋਤਸ਼ੀ, ਜਿਹੜੇ ਜਾਦੂ ਟੂਣੇ ਵਾਲੇ, ਜਿਹੜੇ ਉੱਥੋਂ ਦੇ ਸਿਆਣੇ, ਜਿਹੜੇ ਗਿਆਨੀ ਲੋਕ, ਉਹ ਕਹਿੰਦੇ ਕਿ ਹੇ ਰਾਜਾ, ਇਹ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਅਸੀਂ ਤੈਨੂੰ ਸੁਪਨਾ ਔਰ ਤੇਰਾ ਉਹਦਾ ਅਰਥ ਦਸੀਏ? ਇਹ ਕਿਸ ਤਰ੍ਹਾਂ ਹੋ ਸਕਦਾ ਹੈ? तो कहते राजे दे अगे बेनती करते कि तुसी सानू अपना सपना दसो और असी तानू ओदा अर्थ जिहड़ा की आ ओ दसांगे। लेकिन कहने का मतलब कि वो अपनी हार मान लेंदे आ कि असी जो है सपना तो ओदा अर्थ जिहड़ा आ वो नहीं दस सकते। खुदा दे कलाम दे विच असी इत्थों तक वचन दे विच पढ़दे आ कि वो ये भी कहते हैं कि ये जो परमेश्वर है वो तो अलावा जो है ਉਹ ਤੋਂ ਇਲਾਵਾ ਹੋਰ ਕੋਈ ਵੀ ਜਿਹੜਾ ਇਹੋ ਜਿਹੇ ਸੁਪਨਿਆਂ ਦਾ ਜਿਹੜਾ ਆ ਉਹ ਅਰਥ ਜੋ ਹੈ ਨਹੀਂ ਦੱਸ ਸਕਦਾ ਵੀ। ਉਹ ਬੜੇ ਪਰੇਸ਼ਾਨ ਹੁੰਦੇ ਆ। ਰਾਜਾ ਇੱਕ ਹੁਕਮ ਦੇ ਦਿੰਦਾ ਆ ਕਿ ਅਗਰ ਤੁਸੀਂ ਮੇਰੇ ਸੁਪਨੇ ਦਾ ਅਰਥ ਨਾ ਦੱਸਿਆ ਤਾਂ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਉਹ ਸਭ ਲੋਕ ਜਿਹੜੇ ਆ ਖਤਮ ਕੀਤੇ ਜਾਣਗੇ, ਜਿਨ੍ਹਾਂ ਦੇ ਵਿੱਚ ਦਾਨੀਏਲ ਨਾਂ ਦਾ ਇੱਕ ਖੁਦਾ ਦਾ ਦਾਸ ਔਰ ਉਹਦੇ ਦੋਸਤ ਵੀ ਆਉਂਦੇ ਸਨ। दानियल दा जिक्र जिहड़ा मैं हुणे कीता है, इहदे बारे अगर तुसीं पढ़ोगे तां नबूकदनज़र राजा जिहड़ा है, जदों यरूशलेम दे उत्ते अटैक जिस वेले उहने कीता ਤਾਂ ਉਹਨੇ ਉਹਨਾਂ ਦੇ ਵਿੱਚੋਂ, ਆਪ ਜਾਣਦੇ ਹੋ ਕਿ ਜਦੋਂ ਰਾਜਾ ਇਸ ਤਰ੍ਹਾਂ ਪਹਿਲਾਂ ਅਟੈਕ ਕਰਦੇ ਸੀ ਕਿਸੇ ਦੂਸਰੇ ਦੇਸ਼ ਦੇ ਵਿੱਚ, ਜਿਹੜੇ ਕਮਜ਼ੋਰ, ਮਾੜੇ ਔਰ ਜਿਹੜੇ ਸੁੰਦਰ ਲੋਕ ਨਹੀਂ, ਸੋਹਣੇ ਲੋਕ ਨਹੀਂ ਆ, ਉਹਨਾਂ ਨੂੰ ਖਤਮ ਕੀਤਾ ਜਾਂਦਾ ਸੀ, ਉਹਨਾਂ ਦੇ ਕੋਲੋਂ ਸਾਰਾ ਕੁਝ ਲੁੱਟਿਆ ਜਾਂਦਾ ਸੀ ਔਰ ਜਿਹੜੇ ਸੋਹਣੇ, ਸਮਾਰਟ, ਜਿਹੜੇ ਤਾਕਤਵਰ, ਜਿਹੜੇ ਸਮਝਦਾਰ ਲੋਕ, ਉਹਨਾਂ ਨੂੰ ਲਿਆਇਆ ਜਾਂਦਾ ਸੀ ਬੰਦੀ ਬਣਾ ਕੇ ਔਰ ਕਿਸੇ ਨਾ ਕਿਸੇ ਕੰਮ ਦੇ ਵਿੱਚ ਰੱਖਿਆ ਜਾਂਦਾ ਸੀ। ਔਰ ਉਸੇ ਤਰ੍ਹਾਂ ਦਾਨੀਏਲ ਤੇ ਉਹਦੇ ਦੋਸਤ ਜਿਹੜੇ ਆ, ਉਹਨਾਂ ਨੂੰ जो है बंदी बना के उस राज्य दे विच लियांदा गया और उस राज्य दे विच वो जिहड़े आ एक राजे दा जो इनर सर्कल, जिहड़े उहदे नज़दीकी दे लोक आ, जिहड़े समझदार, जिहड़े ज्ञानवान लोक आ, ਉਹਨਾਂ ਦੇ ਵਿੱਚ ਉਹਨਾਂ ਦੀ ਗਿਣਤੀ ਆਉਂਦੀ ਸੀ। ਬੜੀ ਅੱਛੀ ਚੀਜ਼ ਇੱਥੋਂ ਸਾਨੂੰ ਇੱਕ ਸਿੱਖਣ ਲਈ ਮਿਲਦੀ ਆ ਮੇਰੇ ਅਜੀਜ਼ੋ। ਆਪ ਯਾਦ ਰੱਖਿਓ ਕਿ ਕਦੀ ਵੀ ਅਗਰ ਅਸੀਂ ਪਰਮੇਸ਼ਰ ਦੇ ਵਿੱਚ ਹੈ, ਭਾਵੇਂ ਕਿਸੇ ਵੀ ਜਗ੍ਹਾ ਤੇ ਕਿਉਂ ਨਾ ਹੋਈਏ, ਕਿਸੇ ਵੀ ਹਾਲਾਤਾਂ ਦੇ ਵਿੱਚ ਕਿਉਂ ਨਾ ਹੋਈਏ ਔਰ ਕਿਸੇ ਵੀ ਸਥਿਤੀ ਦੇ ਵਿੱਚ ਕਿਉਂ ਨਾ ਅਸੀਂ ਗੁਜ਼ਰਦੇ ਰਹੀਏ, ਅਗਰ ਪਰਮੇਸ਼ਰ ਨੇ ਤੁਹਾਡੇ ਨਾਲ ਵਾਚਾ ਕੀਤੀ ਹੈ ਤਾਂ ਉਹ ਤੁਹਾਨੂੰ ਵਧਾਏਗਾ, ਉਹ ਤੁਹਾਨੂੰ ਅੱਗੇ ਲੈ ਕੇ ਜਾਏਗਾ। ਦੁਨੀਆ ਦੀ ਕੋਈ ਵੀ ਤਾਕਤ ਜਿਹੜੀ ਆ ਉਹ ਤੁਹਾਡੀ ਜਿਹੜੀ ਮੰਜ਼ਿਲ ਆ ਉੱਥੇ ਜਾਣ ਤੋਂ, ਉੱਥੇ ਪਹੁੰਚਣ ਤੋਂ ਤੁਹਾਨੂੰ ਰੋਕ ਨਹੀਂ ਸਕਦੀ। ਉਹ ਅੱਗੇ ਲੈ ਕੇ ਜਾਏਗਾ ਔਰ ਤੁਹਾਨੂੰ ਵਧਾਏਗਾ। ਔਰ ਦਾਨੀਏਲ ਔਰ ਉਹਦੇ ਦੋਸਤ ਬੇਸ਼ੱਕ ਉਹ ਬੰਦੀ ਬਣਾਏ ਗਏ ਸੀ, ਪਰ ਇਸ ਜਗ੍ਹਾ ਤੇ ਅਸੀਂ ਦੇਖਦੇ ਹਾਂ ਕਿ ਇੱਥੇ ਵੀ ਆ ਕੇ ਜਿਹੜਾ ਆ ਉਹਨਾਂ ਨੇ ਇੱਕ ਸਹੀ ਜਗ੍ਹਾ ਤੇ ਰੱਖਿਆ ਗਿਆ, ਉਹਨਾਂ ਨੇ ਇੱਕ ਬੁੱਧੀਮਾਨ ਲੋਕਾਂ ਦੇ ਵਿੱਚ ਰੱਖਿਆ ਗਿਆ। ਔਰ ਮੈਂ ਫਿਰ ਉਸੇ ਜਗ੍ਹਾ ਤੇ ਆਵਾਂਗਾ ਜਦ ਰਾਜਾ ਇਹ ਹੁਕਮ ਦੇ ਦਿੰਦਾ ਆ ਕਿ ਅਗਰ ਨਾ ਸੁਪਨਾ ਦਾ ਮਤਲਬ ਦੱਸਿਆ ਤਾਂ ਤੁਹਾਨੂੰ ਸਭ ਨੂੰ ਖਤਮ ਕੀਤਾ ਜਾਏਗਾ, ਜਿਹਦੇ ਵਿੱਚ ਦਾਨੀਏਲ ਔਰ ਉਹਦੇ ਦੋਸਤਾਂ ਦੀ ਵੀ ਗਿਣਤੀ ਆਉਂਦੀ ਸੀ। ਵਚਨ ਦੇ ਵਿੱਚ ਲਿਖਿਆ ਆ ਕਿ ਦਾਨੀਏਲ ਜਿਹੜਾ ਆ ਉਹ ਜੋ ਹੈ ਉਹ ਜਾਂਦਾ ਹੈ ਔਰ ਗੱਲਬਾਤ ਕਰਦਾ ਹੈ ਔਰ ਉਹ ਦੱਸਦਾ ਆ ਔਰ ਉਹ ਕਹਿੰਦਾ ਹੈ ਕਿ ਮੈਂ ਜੋ ਹੂੰ ਰਾਜੇ ਦਾ ਸੁਪਨਾ ਔਰ ਉਹਦਾ ਜਿਹੜਾ
ਮਤਲਬ ਆ ਉਹ ਵੀ ਜਿਹੜਾ ਆ ਰਾਜੇ ਨੂੰ ਦੱਸਾਂਗਾ। ਔਰ ਖੁਦਾ ਦੇ ਕਲਾਮ ਦੇ ਵਿੱਚ ਲਿਖਿਆ, ਸੋ ਦਾਨੀਏਲ ਅਰਯੋਕ ਕੋਲ ਗਿਆ ਜਿਸ ਨੂੰ ਰਾਜਾ ਨੇ ਸ਼ਾਹੀ ਸਲਾਹਕਾਰਾਂ ਨੂੰ ਕਤਲ ਕਰਨ ਲਈ ਕਿਹਾ ਸੀ। ਉਸਨੇ ਅਰਯੋਕ ਨੂੰ ਕਹਾ, ਤੂੰ ਉਹਨਾਂ ਨੂੰ ਕਤਲ ਨਾ ਕਰ, ਤੂੰ ਮੈਨੂੰ ਰਾਜਾ ਕੋਲ ਲੈ ਚੱਲ ਅਤੇ ਮੈਂ ਰਾਜੇ ਨੂੰ ਉਹਨਾਂ ਦਾ ਸੁਪਨਾ ਅਤੇ ਉਸ ਦਾ ਅਰਥ ਦੱਸਾਂਗਾ। ਅਰਯੋਕ ਦਾਨੀਏਲ ਨੂੰ ਤੁਰੰਤ ਰਾਜਾ ਨਬੂਕਦਨਜ਼ਰ ਕੋਲ ਲੈ ਗਿਆ ਅਤੇ ਉਸਨੇ ਰਾਜਾ ਨੂੰ ਕਹਾ, ਮਹਾਰਾਜਾ, ਮੈਨੂੰ ਯਹੂਦੀ ਪ੍ਰਵਾਸੀਆਂ ਵਿੱਚੋਂ ਇੱਕ ਮਨੁੱਖ ਮਿਲਿਆ ਜੋ ਤੁਹਾਡੇ ਸੁਪਨੇ ਦਾ ਰਹੱਸ ਤੁਹਾਡੇ ਉੱਤੇ ਪ੍ਰਗਟ ਕਰੇਗਾ। ਔਰ ਖੁਦਾ ਦੇ ਕਲਾਮ ਦੇ ਵਿੱਚ ਅੱਗੇ ਪੜਾਂਗੇ ਸੀ, ਅੱਗੇ ਵਚਨ ਦੇ ਵਿੱਚ ਲਿਖਿਆ 26 ਆਇਤ ਦੇ ਵਿੱਚ, ਰਾਜਾ ਨੇ ਦਾਨੀਏਲ ਤੋਂ ਪੁੱਛਿਆ ਜੋ ਬੈਲਸ਼ਜ਼ਰ ਅਖਵਾਉਂਦਾ ਸੀ, ਕੀ ਤੂੰ ਮੇਰਾ ਦੇਖਿਆ ਸੁਪਨਾ ਤੇ ਉਸ ਦਾ ਅਰਥ ਨੂੰ ਮੇਰੇ ਉੱਤੇ ਪ੍ਰਗਟ ਕਰ ਸਕਦਾ ਹੈ? ਦਾਨੀਏਲ ਨੇ ਉੱਤਰ ਦਿੱਤਾ, ਮਹਾਰਾਜਾ, ਕੋਈ ਜੋਤਸ਼ੀ ਜਾਂ ਕੋਈ ਜਾਦੂਗਰ ਜਾਂ ਸਿਆਣਾ ਤੁਹਾਡੇ ਸੁਪਨੇ ਦਾ ਰਹੱਸ ਨਹੀਂ ਦੱਸ ਸਕਦਾ, ਸਗੋਂ ਇਹ ਸਵਰਗ ਦਾ ਪਰਮੇਸ਼ਰ ਹੀ ਦੱਸ ਸਕਦਾ ਹੈ ਜਿਸ ਨੇ ਮਹਾਰਾਜ ਨੂੰ ਅੱਗੇ ਭਵਿੱਖ ਵਿੱਚ ਕੀ ਹੋਣ ਵਾਲਾ ਹੈ ਉਸ ਬਾਰੇ ਦੱਸਿਆ ਹੈ। ਹੁਣ ਮੈਂ ਤੁਹਾਡਾ ਸੁਪਨਾ ਅਤੇ ਉਸ ਦਾ ਅਰਥ ਤੁਹਾਨੂੰ ਜੋ ਹੈ ਦੱਸਾਂਗਾ। ਖੁਦਾ ਦੇ ਕਲਾਮ ਦੇ ਵਿੱਚ ਲਿਖਿਆ, ਮਹਾਰਾਜਾ, ਤੁਸੀਂ ਜਦੋਂ ਸੋ ਰਹੇ ਸੀ ਭਵਿੱਖ ਬਾਰੇ ਸੁਪਨਾ ਵੇਖਿਆ ਅਤੇ ਪਰਮੇਸ਼ਰ ਜੋ ਗੁਪਤ ਭੇਤਾਂ ਨੂੰ ਪ੍ਰਗਟ ਕਰਦਾ ਹੈ ਨੇ ਤੁਹਾਨੂੰ ਵਿਖਾਇਆ ਕਿ ਕੀ ਵਾਪਰਨ ਵਾਲਾ ਹੈ। ਇਸ ਸੁਪਨੇ ਦੇ ਵੱਲ ਧਿਆਨ ਦੇਣਾ ਜਿਹੜਾ ਨਬੂਕਦਨਜ਼ਰ ਨੂੰ ਆਉਂਦਾ ਹੈ ਔਰ ਖੁਦਾ ਦਾ ਦਾਸ ਜਿਹੜਾ ਆ ਉਹਨੂੰ ਦੱਸਦਾ ਹੈ ਕਿ ਕੀ ਆਉਣ ਵਾਲੇ ਸਮੇਂ ਦੇ ਵਿੱਚ ਹੋਣ ਵਾਲਾ ਹੈ, ਵਾਪਰਨ ਵਾਲਾ ਹੈ, ਉਹਦਾ ਸਾਰਾ ਕੁਝ ਜਿਹੜਾ ਹੈ ਮੈਂ ਤੁਹਾਨੂੰ ਦੱਸਾਂਗਾ। 31 ਐਤ ਦੇ ਵਿੱਚ ਜਦੋਂ ਅਸੀਂ ਆਉਂਦੇ ਉਹਦੇ ਵਿੱਚ ਦੱਸਦਾ, ਮਹਾਰਾਜਾ, ਤੁਸੀਂ ਆਪਣੇ ਸੁਪਨੇ ਵਿੱਚ ਇੱਕ ਵੱਡਾ ਅਤੇ ਉੱਚਾ ਬੁੱਤ ਦੇਖਿਆ ਜੋ ਬਹੁਤ ਚਮਕ ਰਿਹਾ ਸੀ ਅਤੇ ਉਹ ਦੇਖਣ ਵਿੱਚ ਭਿਆਨਕ ਸੀ। ਉਸ ਦਾ ਸਿਰ ਸ਼ੁੱਧ ਸੋਨੇ ਦਾ, ਛਾਤੀ ਅਤੇ ਬਾਹਾਂ ਚਾਂਦੀ ਦੀਆਂ, ਢਿੱਡ ਅਤੇ ਪੱਟ ਕਹਿ ਦੇ, ਲੱਤਾਂ ਲੋਹੇ ਦੀਆਂ ਅਤੇ ਉਸ ਦੇ ਪੈਰ ਲੋਹੇ ਅਤੇ ਮਿੱਟੀ ਦੇ ਮਿਲੇ ਜੁਲੇ ਸਨ। ਜਦ ਤੁਸੀਂ ਦੇਖ ਰਹੇ ਸੋ ਤਾਂ ਇਹ ਇੱਕ ਵੱਡਾ ਪੱਥਰ ਜੋ ਚਟਾਨ ਵਿੱਚੋਂ ਆਪਣੇ ਆਪ ਉਖੜ ਕੇ ਲੋਹੇ ਅਤੇ ਮਿੱਟੀ ਦੇ ਪੈਰਾਂ ਉੱਤੇ ਜਾ ਡਿੱਗਾ ਜੋ ਟੋਟੇ ਹੋ ਗਿਆ। ਇੱਥੇ ਸੁਪਨੇ ਵੱਲ ਤੁਸੀਂ ਬੜਾ ਗੌਰ ਦੇ ਨਾਲ ਧਿਆਨ ਦੇਣਾ। ਬਾਈਬਲ ਦੇ ਵਿੱਚ ਲਿਖਿਆ ਆ ਕਿ ਉਹ ਸੁਪਨਾ ਦੱਸਦਾ ਹੈ, ਕਹਿੰਦਾ ਕਿ ਸੁਪਨੇ ਦੇ ਵਿੱਚ ਕੀ ਦੇਖਦੇ ਕਿ ਇੱਕ ਸਿਰ ਜਿਹੜਾ ਸੋਨੇ ਦਾ ਬਣਿਆ ਹੋਇਆ ਹੈ, ਛਾਤੀ ਔਰ ਬਾਹਾਂ ਜਿਹੜੀਆਂ ਚਾਂਦੀ ਦੀਆਂ ਬਣੀਆਂ ਹੋਈਆਂ ਨੇ, ਔਰ ਅੱਗੇ ਲਿਖਿਆ ਢਿੱਡ ਔਰ ਪੱਟ ਜਿਹੜੇ ਨੇ ਉਹ ਕਹਿ ਦੇ ਬਣੇ ਹੋਏ ਨੇ। ਅੱਗੇ ਲਿਖਿਆ ਲੱਤਾਂ ਜਿਹੜੀਆਂ ਉਹ ਲੋਹੇ ਦੀਆਂ ਨੇ। ਅੱਗੇ ਖੁਦਾ ਦੇ ਕਲਾਮ ਦੇ ਵਿੱਚ ਲਿਖਿਆ ਜਿਹੜੇ ਪੈਰ ਔਰ ਉਂਗਲਾਂ ਜਿਹੜੀਆਂ ਨੇ ਉਹ ਲੋਹੇ ਅਤੇ ਮਿੱਟੀ ਦੀਆਂ ਨੇ। ਲਿਖਿਆ ਕਿ ਉਸ ਤੋਂ ਬਾਅਦ ਇੱਕ ਵੱਡਾ ਪੱਥਰ ਆਪਣੇ ਆਪ ਆਉਂਦਾ ਹੈ ਜਿਹੜਾ ਪੈਰ ਤੇ ਆ ਕੇ ਲੱਗਦਾ ਆ, ਪੈਰਾਂ ਤੇ ਆ ਕੇ ਵੱਜਦਾ ਹੈ, ਡਿੱਗਦਾ ਆ ਔਰ ਉਹ ਸਭ ਕੁਝ ਚੂਰੋ ਚੂਰ ਕਰ ਦਿੰਦਾ ਹੈ। ਇਸ ਚੀਜ਼ ਦੇ ਵੱਲ ਧਿਆਨ ਦੱਸਿਓ, ਉਹਨੇ ਇਹ ਨਹੀਂ ਆਖਿਆ ਕਿ ਉਹ ਪੱਥਰ ਆਉਂਦਾ ਔਰ ਆ ਕੇ ਸਿਰ ਤੇ ਲੱਗਦਾ ਆ ਔਰ ਉਹਨੂੰ ਨਸ਼ਟ ਕਰਦਾ ਹੈ। ਉਹ ਪੈਰ ਤੇ ਲੱਗਦਾ ਆ। ਕਿਉਂ ਪੈਰ ਤੇ ਲੱਗਦਾ, ਅਸੀਂ ਇਹਦੇ ਬਾਰੇ ਹੁਣੇ ਥੋੜੇ ਦੇਰ ਦੇ ਵਿੱਚ ਦੇਖਾਂਗੇ। ਖੁਦਾ ਦੇ ਕਲਾਮ ਦੇ ਵਿੱਚ ਅੱਗੇ ਰਾਜਾ ਨੂੰ ਦਾਨੀਏਲ ਪਰਮੇਸ਼ਰ ਦਾ ਦਾਸ ਦੱਸਦਾ ਹੈ ਕਿ ਤੁਹਾਡੇ ਵਿੱਚੋਂ, ਉਹਨੂੰ ਦੱਸਦਾ 38 ਆਇਤ ਤੇ ਜਾਓਗੇ ਉੱਤੇ ਲਿਖਿਆ, ਪਰਮੇਸ਼ਰ ਨੇ ਤੁਹਾਨੂੰ ਸਾਰੀ ਧਰਤੀ ਅਤੇ ਪਸ਼ੂ ਪੰਛੀਆਂ ਦਾ ਸ਼ਾਸਕ ਬਣਾਇਆ ਹੈ, ਤੁਸੀਂ ਸੋਨੇ ਦਾ ਸਿਰ ਹੋ। ਉਹ ਕਹਿੰਦਾ ਹੈ ਕਿ ਰਾਜਾ ਜਿਹੜਾ ਸੋਨੇ ਦੀ ਸਿਰ ਦੀ ਜਿਹੜੀ ਤੁਲਨਾ ਕੀਤੀ ਉਹ ਬਾਬੁਲ ਸ਼ਹਿਰ ਦੇ ਨਾਲ ਕੀਤੀ ਗਈ ਹੈ। ਉਹ ਤੁਸੀਂ ਇੱਕ ਸੋਨੇ ਦਾ ਸਿਰ ਹੋ, ਮਤਲਬ ਸਭ ਕੁਝ ਤੁਹਾਡੇ ਅੰਡਰ ਹੈ। ਔਰ ਉਸ ਸਮੇਂ ਦੇ ਵਿੱਚ ਬਾਬੁਲ ਦੇ ਵਿੱਚ ਸੋਨੇ ਦਾ ਵੀ ਜਿਹੜਾ ਬਹੁਤ ਇਸਤੇਮਾਲ ਕੀਤਾ ਜਾਂਦਾ ਸੀ। ਸੋਨਾ ਉਸ ਜਗ੍ਹਾ ਤੇ ਬਹੁਤ ਸੀ ਔਰ ਉਹ ਬੜਾ ਅਮੀਰ ਉਹ ਇੱਕ ਸ਼ਹਿਰ ਸੀ। ਔਰ ਕਹਿੰਦਾ ਕਿ ਸੋਨੇ ਦੀ ਤੁਲਨਾ ਜਿਹੜੀ ਆ ਉਹ ਤੁਹਾਡੇ ਨਾਲ ਕੀਤੀ ਗਈ ਹੈ, ਲੇਕਿਨ ਤੁਹਾਡੇ ਤੋਂ ਬਾਅਦ ਇੱਕ ਹੋਰ ਰਾਜ ਆਏਗਾ ਜਿਹੜਾ ਤੁਹਾਡੇ ਤੋਂ ਛੋਟਾ ਹੋਵੇਗਾ ਔਰ ਜਿਹਦੀ ਤੁਲਨਾ ਜਿਹੜੀ ਉਹ ਚਾਂਦੀ ਦੇ ਨਾਲ ਕੀਤੀ ਗਈ ਹੈ। ਔਰ ਖੁਦਾ ਦੇ ਕਲਾਮ ਨੂੰ ਜਦ ਤੁਸੀਂ ਪੜੋਗੇ ਤਾਂ ਉਹਦੇ ਵਿੱਚ ਤੁਹਾਨੂੰ ਪਤਾ ਚੱਲੇਗਾ ਕਿ ਉਹ ਮਾਦੀ ਫਾਰਸ ਦੀ ਗੱਲ ਚੱਲਦੀ ਪਈ ਆ, ਜਿਹਦਾ ਰਾਜ 539 ਤੋਂ 331 BC ਦੇ ਤੱਕ ਆਉਂਦਾ ਆ। ਔਰ ਮਤਲਬ ਉਹ ਛਾਤੀ ਔਰ ਬਾਹਾਂ ਦੀ ਗੱਲ ਕਰ ਰਿਹਾ, ਚਾਂਦੀ ਦੀ ਗੱਲ ਕਰ ਰਿਹਾ, ਕਹਿ ਰਿਹਾ ਕਿ ਤੁਹਾਡੇ ਤੋਂ ਬਾਅਦ ਫੇਰ ਰਾਜ ਆਏਗਾ ਜਿਹੜਾ ਤੁਹਾਡੇ ਤੋਂ ਛੋਟਾ ਹੋਏਗਾ। ਅੱਗੇ ਦੱਸਦਾ ਹੈ ਕਿ ਤੁਹਾਡੇ ਤੋਂ ਬਾਅਦ ਜੋ ਹੈ ਉਸ ਰਾਜ ਤੋਂ ਬਾਅਦ ਵੀ ਇੱਕ ਹੋਰ ਰਾਜ ਆਏਗਾ ਔਰ ਉਸ ਰਾਜ ਦਾ ਟਾਈਮ ਜਿਹੜਾ ਆ ਉਹ 331 ਚੋਂ ਲੈ ਕੇ 168 AD ਤੱਕ ਹੈ, ਜਿਹਦਾ ਦੱਸਿਆ ਕਿ ਢਿੱਡ ਔਰ ਪੱਟ ਜਿਹੜੇ ਉਹ ਕਹਿੰਦੇ ਹੋਣਗੇ। ਔਰ ਉਹ ਯੂਨਾਨ ਦਾ ਰਾਜ ਦੀ ਗੱਲ ਕਰ ਰਿਹਾ ਜਿਹਦੇ ਵਿੱਚ ਸਿਕੰਦਰ ਰਾਜਾ ਨੇ ਜੋ ਆਪਣਾ ਰਾਜ ਕੀਤਾ। ਅੱਗੇ ਦੱਸਦਾ ਹੈ ਕਿ 168 ਤੋਂ ਲੈ ਕੇ 476 ਤੱਕ ਇੱਕ ਲੋਹੇ ਦਾ ਰਾਜ ਆਏਗਾ ਜਿਹੜੀ ਕਿ ਰੋਮ ਰਾਜ ਦੀ ਗੱਲ ਚੱਲਦੀ ਪਈ ਹੈ। ਔਰ ਦੱਸਿਆ ਹੈ ਕਿ ਇਹ ਰਾਜ ਜਿਹੜਾ ਲੋਹੇ ਦਾ ਹੋਏਗਾ, ਬੜਾ ਸਖਤ ਹੋਏਗਾ, ਬੜਾ ਕਠੋਰ ਹੋਏਗਾ। ਔਰ ਇਸ ਰਾਜ੍य ਦੇ ਵਿੱਚ ਜੋ ਹੈ, ਇਸੇ ਰਾਜ੍य ਦੇ ਵਿੱਚ ਪ੍ਰਭੂ ਯਿਸੂ ਮਸੀਹ ਨੂੰ ਸਲੀਬ ਤੇ ਚੜਾਇਆ ਗਿਆ ਔਰ ਉਹ ਆਪਣਿਆਂ ਦੇ ਕੋਲ ਆਇਆ ਔਰ ਉਹਨਾਂ ਵੀ ਉਹਨੂੰ ਪਹਿਚਾਨਿਆ ਨਹੀਂ। ਆਖਰ ਦੇ ਵਿੱਚ ਉਹ ਦੱਸਦਾ ਹੈ, ਕਹਿੰਦਾ ਇੱਕ ਹੋਰ ਰਾਜ ਜਿਹੜਾ ਆ ਉਹ ਆਵੇਗਾ। ਕਹਿੰਦਾ ਇੱਕ ਹੋਰ ਰਾਜ ਜਿਹੜਾ ਆ
ਉਹ ਆਵੇਗਾ ਔਰ ਉਹ ਰਾਜ ਆਪਣੇ ਆਪ ਹੀ ਆਏਗਾ। ਮਤਲਬ ਇਹ ਰਾਜ ਜਿਹੜੇ 605 ਤੋਂ ਲੈ ਕੇ 476 ਤੱਕ ਜਿਹੜੇ ਆ ਰਹੇ ਨੇ ਔਰ ਉਹ ਇੱਕ ਦੂਸਰੇ ਰਾਜ ਦੇ ਉੱਤੇ ਚੜਾਈ ਕਰਕੇ ਉਹਨਾਂ ਨੂੰ ਖਤਮ ਕਰ ਰਹੇ ਆ, ਔਰ ਜਿਹੜਾ ਆਖਰੀ ਰਾਜ ਜਿਹੜਾ ਆਏਗਾ ਉਹ ਖੁਦਾਵੰਦ ਆਏਗਾ। ਔਰ ਉਸ ਤੋਂ ਪਹਿਲਾਂ ਅਸੀਂ ਜਦੋਂ ਦੇਖਦੇ ਹਾਂ ਕਿ ਜਦੋਂ ਪੈਰਾਂ ਦੀ ਗੱਲ ਚੱਲਦੀ ਹੈ, ਉਹ ਕਹਿੰਦਾ ਹੈ ਕਿ ਪੈਰਾਂ ਦੇ ਬਾਰੇ ਜਦੋਂ ਅਸੀਂ ਦੇਖਦੇ ਹਾਂ ਉਹਦੇ ਵਿੱਚ ਦੱਸਿਆ ਜਾਂਦਾ ਹੈ ਕਿ ਰੋਮਨ ਰਾਜ ਤੋਂ ਬਾਅਦ ਜਿਹੜਾ ਆ ਉਹ ਰਾਜ ਜਿਹੜਾ ਆ 10 ਦਿਸ਼ਾਵਾਂ ਵਿੱਚ ਜਿਹੜਾ ਕੀ ਆ ਵੰਡਿਆ ਜਾਏਗਾ, ਜਿਹੜਾ ਕਦੀ ਵੀ ਆਪਸ ਵਿੱਚ ਬਾਅਦ ਵਿੱਚ ਦੁਬਾਰਾ ਮਿਲੇਗਾ ਨਹੀਂ। ਔਰ ਖੁਦਾ ਦੇ ਕਲਾਮ ਦੇ ਅਨੁਸਾਰ ਸਾਨੂੰ ਪਤਾ ਚੱਲਦਾ ਹੈ ਕਿ ਇਹ ਰੋਮ ਦਾ ਰਾਜ ਜਿਹੜਾ 10 ਰਾਜਿਆਂ ਵਿੱਚ ਵੰਡਿਆ ਗਿਆ। ਕਈ ਜਾਣਿਆਂ ਨੇ ਇਹਨੂੰ ਇੱਕ ਕਰਨ ਦੀ ਕੋਸ਼ਿਸ਼ ਕੀਤੀ, ਕਈ ਜਾਣਿਆਂ ਨੇ ਇਹਨੂੰ ਮਿਲਾਉਣ ਦੀ ਕੋਸ਼ਿਸ਼ ਕੀਤੀ, ਲੇਕਿਨ ਉਹ ਆਪਣੇ ਜੀਵਨ ਦੇ ਵਿੱਚ ਅਸਫਲ ਰਹੇ। ਉਹ ਇਹਨਾਂ ਰਾਜਿਆਂ ਨੂੰ ਜਿਹੜਾ ਮਿਲਾ ਨਹੀਂ ਪਾਏ, ਕਿਉਂਕਿ ਖੁਦਾ ਦੇ ਕਲਾਮ ਦੇ ਵਿੱਚ ਪਹਿਲਾਂ ਹੀ ਲਿਖਿਆ ਗਿਆ ਹੈ ਔਰ ਆਖਰ ਦੇ ਵਿੱਚ ਲਿਖਿਆ ਇੱਕ ਹੋਰ ਰਾਜ ਆਏਗਾ। ਉਹ ਹੈ ਇੱਕ ਚਟਾਨ, ਇੱਕ ਪੱਥਰ, ਉਹ ਹੈ ਪ੍ਰਭੂ ਯਿਸੂ ਮਸੀਹ ਦਾ ਰਾਜ ਹੈ, ਜਿਹੜਾ ਹਮੇਸ਼ਾ ਦਾ ਰਾਜ ਜਿਹੜਾ ਆ ਉਹ ਆਏਗਾ। ਵਚਨ 'ਚ ਲਿਖਿਆ ਜਿਹੜਾ ਆਖਰੀ ਰਾਜ, ਜਿਹੜੀਆਂ ਪੈਰਾਂ ਜਿਹੜੇ 10 ਰਾਜਿਆਂ ਦੇ ਵਿੱਚ ਵੱਖਰੇ ਵੱਖਰੇ ਵੰਡੇ ਹੋਏ ਨੇ, ਉਹ ਰਾਜ ਆਏਗਾ, ਉਹ ਪੈਰਾਂ ਤੇ ਲੱਗੇਗਾ ਔਰ ਉਹ ਸਾਰੇ ਰਾਜੇ ਜਿਹੜੇ ਨੇ ਉਸ ਤੋਂ ਬਾਅਦ ਖਤਮ ਹੋ ਜਾਣਗੇ ਔਰ ਇੱਕ ਹੀ ਰਾਜ ਰਹੇਗਾ, ਉਹ ਹੈ ਪ੍ਰਭੂ ਯਿਸੂ ਮਸੀਹ ਦਾ ਰਾਜ ਹੈ। ਜਦੋਂ ਇਸ 2 ਅਧਿਆਇ ਨੂੰ ਅਸੀਂ ਪੜ੍ਹਦੇ ਹਾਂ ਤਾਂ ਸਾਨੂੰ ਪਤਾ ਚੱਲਦਾ ਆ ਕਿ ਖੁਦਾ ਦੇ ਕਲਾਮ ਦੇ ਵਿੱਚੋਂ ਸਾਨੂੰ ਇਸ ਅਧਿਆਇ ਨੂੰ ਪੜ੍ਹ ਕੇ ਪਤਾ ਚੱਲਦਾ ਆ ਕਿ ਵਾਕਈ ਪਰਮੇਸ਼ਰ ਨੇ ਨਬੂਕਦਨਜ਼ਰ ਤੋਂ ਲੈ ਕੇ ਆਉਣ ਵਾਲਾ ਸਮਾਂ ਕਿ ਪ੍ਰਭੂ ਯਿਸੂ ਮਸੀਹ ਜੋ ਹੈ ਦੁਬਾਰਾ ਆਉਣ ਵਾਲੇ ਆ, ਉਹਦੇ ਤੱਕ ਉਹਨੇ ਸਭ ਕੁਝ ਰਿਵੀਲ ਕਰਕੇ ਇਹਦੇ ਵਿੱਚ ਸਾਨੂੰ ਦਿਖਾ ਦਿੱਤਾ ਆ। ਔਰ ਜਦ ਅਸੀਂ ਇਸ ਅਧਿਆਇ ਨੂੰ ਪੜ੍ਹਦੇ ਹਾਂ ਤਾਂ ਫਿਰ ਸਾਨੂੰ ਪਤਾ ਚੱਲਦਾ ਆ ਕਿ ਵਾਕਈ ਪਰਮੇਸ਼ਰ ਉੱਤੇ ਭਰੋਸਾ ਰੱਖਿਆ ਜਾ ਸਕਦਾ ਆ, ਵਾਕਈ ਪਰਮੇਸ਼ਰ ਤੇ ਭਰੋਸਾ ਰੱਖਿਆ ਜਾ ਸਕਦਾ ਹੈ। ਕਿਉਂਕਿ ਅਸੀਂ ਖੁਦਾ ਦੇ ਕਲਾਮ ਦੇ ਵਿੱਚੋਂ ਪੜ੍ਹਦੇ ਹਾਂ ਕਿ ਬਾਬੁਲ ਦਾ ਰਾਜ ਵੀ ਆਇਆ, ਮਾਦੀ ਫਾਰਸ ਦਾ ਰਾਜ ਵੀ ਆਇਆ, ਯੂਨਾਨ ਦਾ ਰਾਜ, ਸਿਕੰਦਰ ਰਾਜਾ ਦਾ ਰਾਜ ਵੀ ਆਇਆ, ਰੋਮ ਦਾ ਰਾਜ ਵੀ ਆਇਆ। ਉਹ 10 ਰਾਜ ਅਜੇ ਵੀ ਜੋ ਅਲੱਗ-ਅਲੱਗ ਜੋ ਡਿਵਾਈਡਡ ਕਿੰਗਡਮ ਨੇ, ਜੋ ਵੱਖਰੇ ਵੱਖਰੇ ਹੋਏ ਨੇ, ਸਾਰੇ ਰਾਜ ਆਏ, ਬਸ ਇੱਕ ਰਾਜ ਹੋਰ ਰਹਿ ਗਿਆ ਆਉਣ ਵਾਲਾ ਔਰ ਉਹ ਹੈ ਯਿਸੂ ਮਸੀਹ ਦਾ ਰਾਜ। ਇਹ ਤੋਂ ਪਤਾ ਚੱਲਦਾ ਹੈ ਕਿ ਵਾਕਈ ਸਾਨੂੰ ਜੋ ਹੈ ਖੁਦਾ ਦੇ ਉੱਤੇ ਭਰੋਸਾ ਰੱਖਣਾ ਚਾਹੀਦਾ ਹੈ ਔਰ ਵਾਕਈ ਖੁਦਾ ਤੇ ਭਰੋਸਾ ਰੱਖਿਆ ਜਾ ਸਕਦਾ ਹੈ, ਕਿਉਂਕਿ ਉਹਨੇ ਬਾਈਬਲ ਦੇ ਵਿੱਚ ਸ਼ੁਰੂ ਤੋਂ ਲੈ ਕੇ ਅੰਤ ਤੱਕ ਸਾਰਾ ਕੁਝ ਜਿਹੜਾ ਆ ਉਹ ਸਾਡੇ ਉੱਤੇ ਰਿਵੀਲ ਕਰ ਦਿੱਤਾ ਹੈ। ਆਈਏ ਅਸੀਂ ਇਹਨਾਂ ਵਚਨਾਂ ਵੱਲ ਧਿਆਨ ਦਈਏ, ਆਈਏ ਅਸੀਂ ਇਹੋ ਖੁਦਾ ਦਾ ਕਲਾਮ ਜਿਹੜਾ ਆ ਆਪਣੇ ਦੋਸਤ, ਆਪਣੇ ਲੋਕਾਂ ਨੂੰ, ਆਪਣੇ ਰਿਸ਼ਤੇਦਾਰਾਂ ਨੂੰ ਇਹ ਵਚਨ ਦੱਸੀਏ ਔਰ ਉਹਨਾਂ ਨੂੰ ਸਿਖਾਈਏ ਕਿ ਵਾਕਈ ਅਸੀਂ ਆਖਰੀ ਰਾਜ ਤੇ ਚੱਲਦੇ ਪਏ ਹਾਂ ਔਰ ਅਸੀਂ ਖੁਦਾ ਦੇ ਉੱਤੇ ਭਰੋਸਾ ਰੱਖਿਆ ਜਾ ਸਕਦਾ ਹੈ, ਕਿਉਂਕਿ ਉਹਨੇ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਿਹੜਾ ਸਾਰਾ ਕੁਝ ਸਾਡੇ ਅੱਗੇ ਰਿਵੀਲ ਕਰ ਦਿੱਤਾ ਹੈ। ਪਰਮੇਸ਼ਰ ਤੁਹਾਨੂੰ ਸਭਨਾਂ ਨੂੰ ਆਸ਼ੀਸ਼ ਔਰ ਬਰਕਤ ਦੇ। ਆਈਏ ਅਸੀਂ ਦੁਆ ਕਰਾਂਗੇ। ਐਲੋਹੀਮ ਕਦੂਸ ਮੁਕੱਦਸ ਖੁਦਾ, ਇੱਕ ਵਾਰ ਫਿਰ ਤੋਂ ਤੁਹਾਡੇ ਕੋਲ ਆਉਂਦੇ, ਧੰਨਵਾਦ ਕਰਦੇ ਜੋ ਵੀ ਤੁਹਾਡੇ ਵਚਨ ਦੇ ਵਿੱਚੋਂ ਸਿੱਖਿਆ ਸਿਖਾਇਆ ਹੈ ਖੁਦਾਵੰਦ, ਅਸੀਂ ਮੈਂ ਸੁਣਾਉਣ ਵਾਲਾ ਔਰ ਇਹ ਲੋਕ ਸੁਣਨ ਵਾਲੇ ਨਹੀਂ ਬਲਕਿ ਉਹ ਤੇ ਅਮਲ ਕਰਨ ਵਾਲੇ ਅਸੀਂ ਬਣ ਸਕੀਏ। ਔਰ ਪਰਮੇਸ਼ਰ ਜੋ ਅਸੀਂ ਸਿੱਖਿਆ ਹੈ ਕਿ ਕੀ ਖੁਦਾ ਤੇ ਭਰੋਸਾ ਰੱਖਿਆ ਜਾ ਸਕਦਾ ਹੈ, ਇਸ ਅਧਿਆਏ ਨੇ ਦਾਨੀਏਲ 2 ਨੇ ਸਾਨੂੰ ਇਹ ਸਿਖਾ ਦਿੱਤਾ ਹੈ ਕਿ ਵਾਕਈ ਪਰਮੇਸ਼ਰ ਨੇ ਸਭ ਕੁਝ ਆਉਣ ਵਾਲੇ ਸਮੇਂ ਦਾ ਵੀ ਸਾਡੇ ਅੱਗੇ ਜੋ ਰਿਵੀਲ ਕੀਤਾ ਹੈ ਸਾਨੂੰ ਪਰਮੇਸ਼ਰ, ਔਰ ਇਹ ਤੋਂ ਪਤਾ ਚੱਲਦਾ ਹੈ ਕਿ ਵਾਕਈ ਪਰਮੇਸ਼ਰ ਤੇ ਭਰੋਸਾ ਰੱਖਿਆ ਜਾ ਸਕਦਾ ਹੈ, ਕਿਉਂਕਿ ਉਹ ਹੀ ਇਸ ਲਾਇਕ ਹੈ, ਉਹ ਹੀ ਇਸ ਯੋਗ ਹੈ। ਖੁਦਾਵੰਦ, ਜਿੰਨੇ ਵੀ ਲੋਕ ਇਸ ਵਚਨ ਨੂੰ ਸੁਣ ਰਹੇ ਆ ਉਹ ਸਿਰਫ ਸੁਣਨ ਵਾਲੇ ਨਹੀਂ ਬਲਕਿ ਅਮਲ ਕਰਨ ਵਾਲੇ ਵੀ ਹੋਣ। ਪ੍ਰਭੂ ਯਿਸੂ ਮਸੀਹ ਦੇ ਨਾਮ ਚ ਮੰਗਦੇ ਹਾਂ, ਆਮੀਨ। ਥੈਂਕ ਯੂ ਸੋ ਮਚ ਔਰ ਖੁਦਾ ਤੁਹਾਨੂੰ ਸਭਨਾਂ ਨੂੰ ਬਰਕਤ ਦੇ।